Hello everyone! ਅੱਜ ਅਸੀਂ 10ਵੀਂ ਜਮਾਤ ਦੀ ਲਿਟਰੇਚਰ ਬੁੱਕ ਦੀ 6ਵੀਂ ਸਟੋਰੀ ਰਿਟਰਨ ਟੂ 에ਅਰ ਪੜ੍ਹਨ ਜਾ ਰਹੇ ਹਾਂ ਜੋ ਕਿ ਫਿਲਿਪਾ ਏ ਪੀਅਰਸ ਦੀ ਲਿਖੀ ਹੋਈ ਹੈ। ਲੈਟਸ ਰੀਡ। The ponds are very big so that at one end people bath and at the other and they fish. ਤਾਲਾਬ ਬਹੁਤ ਵੱਡੇ ਹਨ, ਇਸ ਲਈ ਇੱਕ ਐਂਡ ਤੇ ਲੋਕ ਨਹਾਉਂਦੇ ਹਨ ਅਤੇ ਦੂਜੀ ਐਂਡ ਤੇ ਮੱਛੀਆਂ ਦਾ ਸ਼ਿਕਾਰ ਕਰਦੇ ਹਨ, ਮੱਛੀਆਂ ਪਕੜਦੇ ਹਨ। All men with bald heads sit on folding stools and fish with rods and lines. ਗੰਜੇ ਸਿਰਾਂ ਵਾਲੇ ਵੱਡੇ ਆਦਮੀ ਫੋਲਡਿੰਗ ਸਟੂਲਸ ਤੇ ਬੈਠੇ ਰਹਿੰਦੇ ਹਨ ਅਤੇ ਰੋਡਸ ਤੇ ਲਾਈਨਸ ਦੀ ਮਦਦ ਨਾਲ ਮੱਛੀਆਂ ਫੜਦੇ ਹਨ। And little kids squeeze through the railings and wade up into the water to fish with nets. ਅਤੇ ਛੋਟੇ-ਛੋਟੇ ਬੱਚੇ ਜੰਗਲਾਂ ਵਿੱਚ ਜਾਂਦੇ ਰਹਿੰਦੇ ਹਨ ਅਤੇ ਫਿਰ ਪਾਣੀ ਵਿੱਚ ਹੌਲੀ-ਹੌਲੀ ਚੱਲਦੇ ਹੋਏ ਆਪਣੇ ਜਾਲ ਵਿੱਚ ਮੱਛੀਆਂ ਫੜਦੇ ਹਨ। But the water is much deeper at our end of the pond, and that's where we bath. ਪਰ ਸਾਡੇ ਵਾਲੀ ਐਂਡ ਤੇ ਪਾਣੀ ਬਹੁਤ ਡੂੰਘਾ ਹੈ ਜਿੱਥੇ ਅਸੀਂ ਨਹਾਉਂਦੇ ਹਾਂ। You are not allowed to bath unless you can swim, but I have always been able to swim. ਜਦੋਂ ਤੱਕ ਤੁਹਾਨੂੰ ਤੈਰਨਾ ਨਹੀਂ ਆ ਜਾਂਦਾ ਉਦੋਂ ਤੁਸੀਂ ਇੱਥੇ ਨਹੀਂ ਨਹਾ ਸਕਦੇ, ਪਰ ਮੈਨੂੰ ਤਾਂ ਹਮੇਸ਼ਾ ਤੋਂ ਹੀ ਤੈਰਨਾ ਆਉਂਦਾ ਹੈ। They say I could swim because I am fat and I float. ਉਹ ਕਹਿੰਦੇ ਹਨ ਕਿ ਮੈਂ ਤੈਰ ਸਕਦਾ ਹਾਂ ਕਿਉਂਕਿ ਮੈਂ ਮੋਟਾ ਹਾਂ ਅਤੇ ਮੈਂ ਪਾਣੀ ਦੀ ਉੱਪਰਲੀ ਸਤ੍ਹਾ ਤੇ ਤੈਰਦਾ ਹਾਂ। Well, I don't mind. They call me sausage. ਪਰ ਮੈਂ ਕੋਈ ਪਰਵਾਹ ਨਹੀਂ ਕਰਦਾ ਕਿ ਉਹ ਮੈਨੂੰ ਕੀ ਕਹਿੰਦੇ ਹਨ ਤੇ ਉਹ ਮੈਨੂੰ ਕਬਾਬ ਵੀ ਕਹਿ ਕੇ ਬੁਲਾਉਂਦੇ ਹਨ। Only I don't dive, not from the diving board. ਮੈਂ ਗੋਤਾ ਨਹੀਂ ਲਗਾਉਂਦਾ ਅਤੇ ਡਾਈਵਿੰਗ ਬੋਰਡ ਤੋਂ ਤਾਂ ਬਿਲਕੁਲ ਵੀ ਨਹੀਂ ਲਗਾ ਸਕਦਾ। I have to take my glasses off to go into the water. ਮੈਨੂੰ ਆਪਣੀ ਐਨਕ ਨੂੰ ਉਤਾਰਨਾ ਪੈਂਦਾ ਹੈ ਜਦੋਂ ਮੈਂ ਪਾਣੀ ਵਿੱਚ ਜਾਂਦਾ ਹਾਂ। Then this summer they all wanted me to learn duck diving. ਪਰ ਇਹਨਾਂ ਗਰਮੀਆਂ ਵਿੱਚ ਉਹ ਸਭ ਚਾਹੁੰਦੇ ਸਨ ਕਿ ਮੈਂ ਬੱਤਖ ਵਾਂਗ ਗੋਤਾ ਲਗਾਉਣਾ ਸਿੱਖਾਂ। You are swimming on the surface of water and suddenly you up and yourself just like a duck. ਤੁਸੀਂ ਪਾਣੀ ਦੀ ਸਤ੍ਹਾ ਤੇ ਤੈਰ ਰਹੇ ਹੋ ਅਤੇ ਅਚਾਨਕ ਹੀ ਬਿਲਕੁਲ ਉਲਟੇ ਹੋ ਜਾਂਦੇ ਹੋ, ਬਿਲਕੁਲ ਇੱਕ ਬੱਤਖ ਵਾਂਗ। And dive down deep into the water. ਅਤੇ ਪਾਣੀ ਦੇ ਅੰਦਰ ਡੂੰਘਾਈ ਤੱਕ ਡੁਬਕੀ ਲਗਾਉਂਦੇ ਹੋ। And perhaps you swim about a bit underwater. ਅਤੇ ਸ਼ਾਇਦ ਪਾਣੀ ਦੇ ਅੰਦਰ ਥੋੜਾ ਜਿਹਾ ਤੈਰਦੇ ਵੀ ਹੋ। And then come up again. ਅਤੇ ਤੁਸੀਂ ਫਿਰ ਤੋਂ ਉੱਪਰ ਆ ਜਾਂਦੇ ਹੋ। I know ducks can do this soon after they are born. ਮੈਂ ਜਾਣਦਾ ਹਾਂ ਕਿ ਬੱਤਖਾਂ ਜਨਮ ਲੈਣ ਤੋਂ ਤੁਰੰਤ ਬਾਅਦ ਹੀ ਅਜਿਹਾ ਕਰ ਸਕਦੀਆਂ ਹਨ। It's different for them. ਉਹਨਾਂ ਲਈ ਤਾਂ ਇਹ ਅਲੱਗ ਗੱਲ ਹੁੰਦੀ ਹੈ। So I was learning to duck dive to swim to the bottom of the pond and pick up a brick they had thrown in and bring it up again. ਤੇ ਮੈਂ ਬੱਤਖ ਵਾਂਗ ਗੋਤਾ ਲਗਾਉਣਾ ਸਿੱਖ ਰਿਹਾ ਸੀ, ਤੈਰ ਕੇ ਬਾਟਮ ਤੱਕ ਜਾਣਾ, ਹੇਠਾਂ ਤੱਕ ਜਾਣਾ ਅਤੇ ਉਸ ਇੱਟ ਨੂੰ ਚੁੱਕਣਾ ਜਿਹੜੀ ਕਿ ਉਹਨਾਂ ਨੇ ਸੁੱਟੀ ਹੁੰਦੀ ਸੀ ਅਤੇ ਉਸ ਨੂੰ ਉੱਪਰ ਲੈ ਆਉਣਾ। You practice this in case you have to rescue anyone from drowning, gone down to the bottom. ਤੁਹਾਨੂੰ ਇਸ ਦਾ ਅਭਿਆਸ ਕਰਨਾ
ਚਾਹੀਦਾ ਹੈ ਤਾਂ ਕਿ ਤੁਸੀਂ ਕਿਸੇ ਦੇ ਡੁੱਬ ਜਾਣ ਤੇ ਉਸ ਨੂੰ ਬਚਾ ਸਕੋ। Of course, they are bigger and heavier than a brick. ਬੇਸ਼ੱਕ ਉਹ ਇੱਕ ਇੱਟ ਨਾਲੋਂ ਬਹੁਤ ਹੀ ਜ਼ਿਆਦਾ ਵੱਡੇ ਅਤੇ ਭਾਰੀ ਹੁੰਦੇ ਹਨ। I suppose you have to work on bricks and then gradually work up to people. ਮੇਰਾ ਵਿਚਾਰ ਹੈ ਕਿ ਤੁਹਾਨੂੰ ਪਹਿਲਾਂ ਇੱਟ ਨਾਲ ਅਭਿਆਸ ਕਰਨਾ ਹੁੰਦਾ ਹੈ ਅਤੇ ਫਿਰ ਹੌਲੀ-ਹੌਲੀ ਕਰਕੇ ਲੋਕਾਂ ਨਾਲ। The swimming instructor said, "Sausage, I'm going to throw the brick." ਜਿਹੜਾ ਕਿ ਤੈਰਨਾ ਸਿਖਾਉਂਦਾ ਹੈ ਉਹ ਕਹਿੰਦਾ ਹੈ ਕਿ ਕਬਾਬ ਮੈਂ ਇੱਟ ਸੁੱਟਣ ਜਾ ਰਿਹਾ ਹਾਂ। It was a brick with a bit of old white flannel. ਇਸ ਇੱਟ ਤੇ ਥੋੜਾ ਜਿਹਾ ਪੁਰਾਣਾ ਸਫੈਦ ਊਨੀ ਕਪੜਾ ਲਪੇਟਿਆ ਹੋਇਆ ਸੀ। Round it to make it show up underwater, ਤਾਂ ਕਿ ਇਸ ਨੂੰ ਪਾਣੀ ਵਿੱਚ ਵੀ ਦੇਖਿਆ ਜਾ ਸਕੇ। Sausage, I'm going to throw it. ਕਬਾਬ ਮੈਂ ਇਸ ਨੂੰ ਸੁੱਟਣ ਜਾ ਰਿਹਾ ਹਾਂ। Go after it and get it before it reaches the bottom and settles in the mud. Or you will never get it. ਸੁੱਟਦੇ ਸਾਰ ਹੀ ਇਸ ਦੇ ਪਿੱਛੇ ਜਾਓ ਅਤੇ ਇਸ ਨੂੰ ਫੜ ਲਓ ਇਸ ਤੋਂ ਪਹਿਲਾਂ ਕਿ ਉਹ ਬਾਟਮ ਤੱਕ ਪਹੁੰਚ ਜਾਵੇ ਅਤੇ ਚਿੱਕੜ ਵਿੱਚ ਧਸ ਜਾਵੇ, ਨਹੀਂ ਤਾਂ ਤੂੰ ਉਸ ਨੂੰ ਲੱਭ ਨਹੀਂ ਸਕੇਗਾ। He had made everyone come out of the water to give me a chance, and they were standing and watching. ਮੈਨੂੰ ਮੌਕਾ ਦੇਣ ਲਈ ਉਸਨੇ ਸਾਰਿਆਂ ਨੂੰ ਪਾਣੀ ਤੋਂ ਬਾਹਰ ਨਿਕਲ ਆਉਣ ਲਈ ਕਹਿ ਦਿੱਤਾ ਅਤੇ ਉਹ ਖੜੇ ਹੋਏ ਸਨ ਅਤੇ ਗੌਰ ਨਾਲ ਦੇਖ ਰਹੇ ਸਨ। I had removed my glasses so I could only see the blurred figures. ਮੈਂ ਆਪਣੀ ਐਨਕ ਉਤਾਰ ਦਿੱਤੀ ਸੀ ਇਸ ਲਈ ਮੈਨੂੰ ਸਿਰਫ ਧੁੰਦਲੀਆਂ ਸ਼ਕਲਾਂ ਹੀ ਦਿਖਾਈ ਦੇ ਰਹੀਆਂ ਸਨ। I could hear them talking and laughing, but there wasn't a sound in the water except the sound made by me. ਮੈਂ ਉਹਨਾਂ ਨੂੰ ਗੱਲਾਂ ਕਰਦੇ ਹੋਏ ਅਤੇ ਹੱਸਦੇ ਹੋਏ ਸੁਣ ਸਕਦਾ ਸੀ, ਪਰ ਪਾਣੀ ਦੇ ਅੰਦਰ ਮੇਰੇ ਦੁਆਰਾ ਪੈਦਾ ਕੀਤੀ ਗਈ ਆਵਾਜ਼ ਤੋਂ ਬਿਨਾਂ ਕੋਈ ਹੋਰ ਆਵਾਜ਼ ਨਹੀਂ ਸੀ। And then I saw the brick go over my head and there was a splash as it went into the water. ਫਿਰ ਮੈਂ ਇੱਟ ਨੂੰ ਆਪਣੇ ਸਿਰ ਦੇ ਉੱਪਰੋਂ ਜਾਂਦੇ ਹੋਏ ਦੇਖਿਆ ਅਤੇ ਇੱਕ ਛੱਪਾ ਦੀ ਆਵਾਜ਼ ਹੋਈ ਜਦੋਂ ਇੱਟ ਪਾਣੀ ਦੇ ਅੰਦਰ ਗਈ। I thought, I can't do it. My legs won't move fast. They feel just flabby. It's different for ducks. ਮੈਂ ਸੋਚਿਆ ਕਿ ਮੈਂ ਨਹੀਂ ਕਰ ਸਕਦਾ। ਮੇਰੀਆਂ ਲੱਤਾਂ ਨਹੀਂ ਚੱਲਣਗੀਆਂ। ਉਹ ਬਹੁਤ ਮੋਟੀਆਂ ਅਤੇ ਭਾਰੀਆਂ ਲੱਗ ਰਹੀਆਂ ਸਨ। ਬੱਤਖਾਂ ਲਈ ਤਾਂ ਕੋਈ ਹੋਰ ਹੀ ਗੱਲ ਸੀ। But while I was thinking this, I had taken a deep breath and then my head really went down and my legs went up in the air. ਪਰ ਜਦੋਂ ਮੈਂ ਅਜਿਹਾ ਸੋਚ ਰਿਹਾ ਸੀ ਮੈਂ ਇੱਕ ਡੂੰਘਾ ਸਾਹ ਲਿਆ ਅਤੇ ਫਿਰ ਮੇਰਾ ਸਿਰ ਸੱਚਮੁੱਚ ਹੇਠਾਂ ਚਲਾ ਗਿਆ ਅਤੇ ਮੇਰੀਆਂ ਲੱਤਾਂ ਉੱਪਰ ਹਵਾ ਵਿੱਚ ਉੱਡ ਗਈਆਂ। I could feel them there, just air around them, and then there was water around them because I was going down into the water. ਮੈਂ ਉਹਨਾਂ ਨੂੰ ਉੱਥੇ ਮਹਿਸੂਸ ਕਰ ਸਕਦਾ ਸੀ। ਲੱਤਾਂ ਦੇ ਚਾਰੇ ਪਾਸੇ ਹਵਾ ਸੀ ਅਤੇ ਫਿਰ ਉਹਨਾਂ ਦੇ ਆਸ-ਪਾਸ ਪਾਣੀ ਭਰ ਗਿਆ ਕਿਉਂਕਿ ਮੈਂ ਪਾਣੀ ਦੇ ਅੰਦਰ ਜਾ ਰਿਹਾ ਸੀ। After all, right down into the water, straight down.
ਕੁਝ ਵੀ ਹੋਵੇ ਪਾਣੀ ਦੇ ਅੰਦਰ ਠੀਕ ਹੇਠਾਂ ਵੱਲ ਸਿੱਧਾ ਹੇਠਾਂ ਵੱਲ At first my eyes were shut. I forced my eyelids up against the water to see. Because although I can't see much without my glasses, I don't believe anyone can see much underwater. ਸ਼ੁਰੂ ਵਿੱਚ ਤਾਂ ਮੇਰੀਆਂ ਅੱਖਾਂ ਬੰਦ ਸਨ, ਫਿਰ ਮੈਂ ਦੇਖ ਸਕਣ ਲਈ ਪਾਣੀ ਦੇ ਵਿਰੁੱਧ ਪਲਕਾਂ ਤੇ ਜ਼ੋਰ ਲਗਾ ਕੇ ਉਹਨਾਂ ਨੂੰ ਖੋਲਿਆ। ਭਾਵੇਂ ਕਿ ਐਨਕ ਤੋਂ ਬਿਨਾਂ ਮੈਂ ਜ਼ਿਆਦਾ ਨਹੀਂ ਦੇਖ ਸਕਦਾ ਸੀ। ਮੈਨੂੰ ਯਕੀਨ ਨਹੀਂ ਹੈ ਕਿ ਕੋਈ ਵੀ ਆਦਮੀ ਪਾਣੀ ਦੇ ਅੰਦਰ ਕੁਝ ਜ਼ਿਆਦਾ ਦੇਖਣ ਵਿੱਚ ਸਮਰਥ ਹੁੰਦਾ ਹੈ, ਯੋਗ ਹੁੰਦਾ ਹੈ। The water was like a thick green brown lemonade with some fish moving around. ਪਾਣੀ ਇੱਕ ਗੂੜੇ ਹਰੇ ਭੂਰੇ ਰੰਗ ਦੇ ਲੈਮਨੇਡ ਵਰਗਾ ਸੀ ਅਤੇ ਉਸ ਵਿੱਚ ਕੁਝ ਮੱਛੀਆਂ ਇੱਧਰ-ਉੱਧਰ ਘੁੰਮ ਰਹੀਆਂ ਸਨ। I could see some whitish glimmer that must be the flannel round the break. It was ahead of me, fading away into the lower water as I moved after it. ਮੈਂ ਇੱਕ ਸਫੇਦ ਜਿਹੀ ਹਲਕੀ ਚਮਕ ਦੇਖ ਰਿਹਾ ਸੀ, ਜਿਹੜੀ ਸ਼ਾਇਦ ਹੀ ਇੱਟ ਦੇ ਉੱਪਰ ਲਪੇਟਿਆ ਹੋਇਆ ਉੱਨੀ ਕੱਪੜਾ ਹੋਵੇਗਾ। ਉਹ ਮੇਰੇ ਅੱਗੇ ਸੀ ਅਤੇ ਹੇਠਲੇ ਪਾਣੀ ਵਿੱਚ ਧੁੰਦਲੀ ਪੈਂਦੀ ਜਾ ਰਹੀ ਸੀ, ਜਿਵੇਂ ਮੈਂ ਉਸ ਦੇ ਪਿੱਛੇ ਜਾ ਰਿਹਾ ਸੀ। Down we went and the lemonade look quite went away and became just a dark blackish brown and I couldn't see much. ਅਸੀਂ ਹੇਠਾਂ ਜਾਂਦੇ ਗਏ ਅਤੇ ਉਹ ਲੈਮਨੇਡ ਵਰਗਾ ਰੰਗ ਕਾਫੀ ਹੱਦ ਤੱਕ ਚਲਾ ਗਿਆ ਅਤੇ ਗੂੜੇ ਕਾਲੇ ਭੂਰੇ ਰੰਗ ਵਿੱਚ ਬਦਲ ਗਿਆ। ਹੁਣ ਮੈਨੂੰ ਕੁਝ ਜ਼ਿਆਦਾ ਨਹੀਂ ਦਿਖ ਰਿਹਾ ਸੀ। The break looked different from here. Maybe the flannel had come off. ਉਸ ਜਗ੍ਹਾ ਤੇ it ਕੁਝ ਅਲੱਗ ਹੀ ਲੱਗ ਰਹੀ ਸੀ। ਸ਼ਾਇਦ ਉਹ ਉਨੀ ਕੱਪੜਾ ਉਸ ਤੋਂ ਅਲੱਗ ਹੋ ਗਿਆ ਹੋਵੇ ਜਾਂ ਉਤਰ ਗਿਆ ਹੋਵੇ। It had settled right into the mud. ਉਹ ਪੂਰੀ ਤਰ੍ਹਾਂ ਚਿੱਕੜ ਵਿੱਚ ਧਸ ਗਈ ਸੀ। There was only one corner left sticking up. ਉਸ ਦਾ ਸਿਰਫ ਇੱਕ ਕੋਨਾ ਨਿਕਲਿਆ ਦਿਸਦਾ ਸੀ। I dug into the mud with my fingers and got hold of the thing. And then I didn't think of anything except getting up again into the air. ਮੈਂ ਆਪਣੀਆਂ ਉਂਗਲਾਂ ਨਾਲ ਚਿੱਕੜ ਨੂੰ ਪੁੱਟਿਆ ਅਤੇ ਇੱਟ ਨੂੰ ਫੜ ਲਿਆ ਅਤੇ ਉਸ ਤੋਂ ਬਾਅਦ ਮੈਂ ਕਿਸੇ ਹੋਰ ਚੀਜ਼ ਦੇ ਬਾਰੇ ਵੀ ਨਹੀਂ ਸੋਚਿਆ ਸਿਵਾਏ ਇਸ ਦੇ ਕਿ ਉਸ ਇੱਟ ਨੂੰ ਲੈ ਕੇ ਉੱਪਰ ਉਠਾਂ ਅਤੇ ਹਵਾ ਵਿੱਚ ਪਹੁੰਚ ਜਾਵਾਂ। Touching the bottom like that had stirred up the mud, so I began to go up through a cloud of it. ਤਲ ਨੂੰ ਉਸ ਤਰ੍ਹਾਂ ਛੂਣ ਨੇ ਚਿੱਕੜ ਨੂੰ ਹਿਲਾ ਦਿੱਤਾ ਸੀ, ਇਸ ਲਈ ਇਸ ਦੇ ਇੱਕ ਬੱਦਲ ਵਿੱਚੋਂ ਹੁੰਦੇ ਹੋਏ ਮੈਂ ਉੱਪਰ ਵੱਲ ਜਾਣਾ ਸ਼ੁਰੂ ਹੋ ਗਿਆ। I felt I would get lost. ਮੈਨੂੰ ਮਹਿਸੂਸ ਹੋਇਆ ਕਿ ਮੈਂ ਖੋ ਜਾਵਾਂਗਾ। Perhaps I had swum underwater too far. Perhaps I would be drifted towards the place where people were fishing and get a fish hook caught into the flesh of my cheek, or perhaps I just शायद मैं पानी के अंदर ही अंदर तैरते हुए बहुत दूर तक चला गया सी। शायद मैं पटकते हुए उस थां पे पहुंच जावांगा जिसते लोग मच्छी ਦਾ ਸ਼ਿਕਾਰ ਕਰ ਰਹੇ ਸਨ ਅਤੇ ਮੇਰੇ ਗਲ ਦੇ ਮਾਸ ਵਿੱਚ ਮੱਛਲੀ ਵਾਲਾ ਉਹ ਕੰਡਾ ਫਸ ਜਾਵੇਗਾ। Perhaps I just wasn't going to find the top and the air again.
ਸ਼ਾਇਦ ਮੈਨੂੰ ਉਪਰੀ ਸਤਹ ਅਤੇ ਹਵਾ ਨਹੀਂ ਮਿਲ ਸਕਣ ਵਾਲੀ ਸੀ। I was quite afraid, although I was going up quite quickly, and the water was already changing from brown black to green brown, and then to bright lemonade. मैं काफी डरिया होया सी कि मैं काफी तेजी नाल ऊपर आ रहा सी ਅਤੇ ਪਾਣੀ ਹੁਣ ਭੂਰੇ ਕਾਲੇ ਤੋਂ ਹਰਾ ਭੂਰਾ ਅਤੇ ਫਿਰ ਚਮਕਦਾਰ ਲੈਮਨੇਡ ਦੇ ਰੰਗ ਦਾ ਹੁੰਦਾ ਜਾ ਰਿਹਾ ਸੀ। I could also see the sun shining through the water. ਮੈਂ ਪਾਣੀ ਦੇ ਅੰਦਰੋਂ ਸੂਰਜ ਨੂੰ ਚਮਕਦੇ ਹੋਏ ਵੀ ਦੇਖ ਸਕਦਾ ਸੀ। I was getting near the surface. ਮੈਂ ਸਤਹ ਦੇ ਨੇੜੇ ਆਉਂਦਾ ਜਾ ਰਿਹਾ ਸੀ। I was moving too slowly. I knew I would never reach the air again in the time. मैं बहुत हौली-हौली जा ਰਿਹਾ ਸੀ। मैं जान गया सी कि मैं समा रहंदे फिर तो हवा तक नहीं पहुंच सकांगा। Never the air again. हुण मैं हवा विच कदे भी नहीं पहुंच सकांगा। Then suddenly I was at the surface. फिर अचानक ही मैं सतह ते सी। I had exploded back from the water into the air. मैं पानी तो दोबारा हवा विच पहुंचा सी। For a while I couldn't think of anything. कुछ समय ਲਈ मैं किसी भी चीज बारे नहीं सोच सकिया। And I couldn't do anything except let out the old breath I had been holding and take a couple of fresh, quick ones and hold the breath. ਅਤੇ ਮੈਂ ਕੁਝ ਵੀ ਨਹੀਂ ਕਰ ਸਕਿਆ ਸਿਵਾਏ ਇਸ ਦੇ ਕਿ ਉਸ ਪੁਰਾਣੇ ਸਾਹ ਨੂੰ ਛੱਡ ਦੇਵਾਂ ਜਿਸ ਨੂੰ ਮੈਂ ਅੰਦਰ ਰੋਕ ਕੇ ਰੱਖਿਆ ਹੋਇਆ ਸੀ ਅਤੇ ਕੁਝ ਤਾਜ਼ੇ ਅਤੇ ਤੇਜ਼ ਸਾਹ ਲਵਾਂ ਅਤੇ ਇੱਟ ਨੂੰ ਫੜੀ ਰੱਖਾਂ। Pond water was trickling down inside my nose and into my mouth, which I hate, but there was air all around and above for me to breathe and to live. ਤਲਾਬ ਦਾ ਪਾਣੀ ਪਤਲੀਆਂ ਧਾਰਾਂ ਵਿੱਚ ਮੇਰੇ ਨੱਕ ਵਿੱਚੋਂ ਬਹਿ ਰਿਹਾ ਸੀ ਅਤੇ ਮੇਰੇ ਮੂੰਹ ਵਿੱਚੋਂ ਵੀ ਆ ਰਿਹਾ ਸੀ ਜਿਸ ਤੋਂ ਮੈਂ ਨਫ਼ਰਤ ਕਰਦਾ ਸੀ ਪਰ ਮੇਰੇ ਚਾਰੇ ਪਾਸੇ ਅਤੇ ਉੱਪਰ ਵੱਲ ਹਵਾ ਸੀ ਮੇਰੇ ਸਾਹ ਲੈਣ ਲਈ ਜ਼ਿੰਦਾ ਰਹਿਣ ਲਈ। I might live to be 100 now and keep a sweet shop of my own and walk on the moon and breed mastiffs and rescue someone from drowning and be awarded a medal for it and be interviewed on TV. ਹੁਣ ਮੈਂ ਸ਼ਾਇਦ 100 ਸਾਲ ਦਾ ਹੋਣ ਤੱਕ ਜ਼ਿੰਦਾ ਰਹਾ ਅਤੇ ਮੇਰੀ ਆਪਣੀ ਹਲਵਾਈ ਦੀ ਦੁਕਾਨ ਹੋਵੇ ਅਤੇ ਮੈਂ ਚੰਨ ਤੇ ਚਲਾ ਅਤੇ ਕੁੱਤਿਆਂ ਨੂੰ ਪਾਲਾਂ ਅਤੇ ਕਿਸੇ ਨੂੰ ਡੁੱਬਣ ਤੋਂ ਬਚਾਵਾਂ ਜਿਸ ਦੇ ਲਈ ਮੈਨੂੰ ਮੈਡਲ ਦਿੱਤਾ ਜਾਵੇ ਅਤੇ ਟੀਵੀ ਤੇ ਮੇਰਾ ਇੰਟਰਵਿਊ ਵੀ ਲਿਆ ਜਾਵੇ। And then I noticed they were shouting from the bank. ਅਤੇ ਫਿਰ ਮੈਂ ਨੋਟਿਸ ਕੀਤਾ ਕਿ ਉਹ बैंक पे खड़े चीख रहे सर। They were cheering and shouting, "Sausage, sausage!" The instructor was saying with his hands round his mouth. "What on earth have you got there, sausage?" ਉਹ ਤਾੜੀਆਂ ਵਜਾ ਰਹੇ ਸਨ ਅਤੇ ਉੱਚੀ ਉੱਚੀ ਬੋਲ ਰਹੇ ਸਨ। ਕਬਾਬ ਕਬਾਬ ਸਿਖਲਾਈ ਦੇਣ ਵਾਲਾ ਆਪਣੇ ਹੱਥਾਂ ਨੂੰ ਮੂੰਹ ਦੁਆਲੇ ਰੱਖੇ ਹੋਏ ਕਹਿ ਰਿਹਾ ਸੀ, ਓਏ ਉਹ ਤੂੰ ਕੀ ਫੜਿਆ ਹੋਇਆ ਹੈ? So then I realized I had come almost at the other end of the pond. ਫਿਰ ਮੈਂ ਉਸੇ ਸਮੇਂ ਸਮਝ ਗਿਆ ਕਿ ਮੈਂ ਲਗਭਗ ਤਲਾਬ ਦੇ ਦੂਸਰੇ ਐਂਡ ਤੇ
ਆ ਪਹੁੰਚਿਆ। I turned round and swam to the bank. ਮੈਂ ਪਿੱਛੇ ਮੁੜਿਆ ਅਤੇ ਤੈਰ ਕੇ ਬੈਂਕ ਕੋਲ ਚਲਾ ਗਿਆ। They gave me my glasses to see what I had brought up from the bottom. ਉਹਨਾਂ ਨੇ ਮੈਨੂੰ ਮੇਰੀ ਐਨਕ ਦਿੱਤੀ ਤਾਂ ਕਿ ਮੈਂ ਦੇਖ ਸਕਾਂ ਕਿ ਮੈਂ ਬੋਟਮ ਤੋਂ ਕੀ ਲੈ ਕੇ ਆਇਆ ਸੀ। Because it wasn't a brick, same size but a tin, an old tin, box with no paint left on it, and all brown black slime from the bottom of the pond. क्योंकि ਇਹ ਇੱਟ ਨਹੀਂ ਸੀ, ਇੱਟ ਦੇ ਆਕਾਰ ਦਾ ਹੀ ਇੱਕ ਡੱਬਾ ਸੀ, ਇੱਕ ਪੁਰਾਣਾ ਡੱਬਾ ਸੀ। ਅਜਿਹਾ ਡੱਬਾ ਜਿਸ ਤੇ ਪੇਂਟ ਬਿਲਕੁਲ ਵੀ ਨਹੀਂ ਰਿਹਾ ਸੀ ਅਤੇ ਉਸ ਤੇ ਕਾਲਾ ਪੂਰਾ ਚਿੱਕੜ ਜਮਿਆ ਹੋਇਆ ਸੀ ਜਿਹੜਾ ਕਿ ਤਲਾਬ ਦੇ ਤਲ ਤੋਂ ਆਇਆ ਸੀ, ਬਾਟਮ ਤੋਂ ਆਇਆ ਸੀ। It was as heavy as brick. ਇਹ ਇੱਕ ਇੱਟ ਜਿੰਨਾ ਹੀ ਭਾਰਾ ਸੀ because it was full of mud, nothing but mud. ਕਿਉਂਕਿ ਇਹ ਚਿੱਕੜ ਨਾਲ ਭਰਿਆ ਹੋਇਆ ਸੀ, ਚਿੱਕੜ ਤੋਂ ਸਿਵਾ ਕੁਝ ਨਹੀਂ। It must have been there for years. ਉਹ ਟਿਨ ਉੱਥੇ ਕਈ ਸਾਲਾਂ ਤੋਂ ਪਿਆ ਰਿਹਾ ਹੋਵੇਗਾ। I have cleaned the tin up and kept on the mantelpiece at home with my coin collection in it. ਮੈਂ ਉਸ ਟਿਨ ਨੂੰ ਸਾਫ਼ ਕਰ ਲਿਆ ਤੇ ਘਰ ਵਿੱਚ ਅੰਗੀਠੀ ਦੇ ਉੱਪਰ ਵਾਲੀ ਜਗ੍ਹਾ ਤੇ ਰੱਖ ਦਿੱਤਾ ਅਤੇ ਉਸ ਵਿੱਚ ਮੈਂ ਸਿੱਕਿਆਂ ਦਾ ਆਪਣਾ ਕਲੈਕਸ਼ਨ ਪਾ ਦਿੱਤਾ। I had to duck dive later on another brick and I got it all right without being frightened at all. ਮੈਨੂੰ ਬਾਅਦ ਵਿੱਚ ਫਿਰ ਇੱਕ ਹੋਰ ਇੱਟ ਲਈ ਬੱਤਖ ਗੋਤਾ ਲਗਾਉਣਾ ਪਿਆ ਸੀ ਅਤੇ ਮੈਂ ਇੱਟ ਨੂੰ ਲਿਆਉਣ ਵਿੱਚ ਕਾਮਯਾਬ ਹੋ ਗਿਆ ਤੇ ਮੈਂ ਬਿਲਕੁਲ ਵੀ ਨਹੀਂ ਡਰਿਆ ਸੀ। ਮੈਂ I shall keep the tin as long as I live and I might live to be 100. ਮੈਂ ਉਸ ਟਿਨ ਨੂੰ ਰੱਖੀ ਰੱਖਾਂਗਾ ਜਦੋਂ ਤੱਕ ਮੈਂ ਜੀਵਿਤ ਰਹਾਂਗਾ ਅਤੇ ਮੈਂ ਸ਼ਾਇਦ 100 ਸਾਲ ਦੀ ਉਮਰ ਤੱਕ ਜੀਵਿਤ ਰਹਾਂ। I hope ਕਿ ਤੁਹਾਨੂੰ ਇਹ ਸਟੋਰੀ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ। Thank you and have a great day.